मेरे सर पे किसने हाथ रखना। हम तो पहले यतीम हैं, माँ बाप हमारा नहीं सर पे। इसका शोहर जो है वो घर की मजदूरी करने के लिए ड्राइविंग का काम करता था एक रेंट कार पर। गाड़ी बुक की जाती है कुछ ख़वातीन की जानिब से और उसको सिंध लेकर जाया जाता है। सिंध ले जाकर बेदर्दी के साथ उसको मार दिया जाता है और मार कर अपने ही घर के सहन में उसका गला खोद कर दफना दिया जाता है। मैं सुनिया मैं क्या बड़ा दुख होया। आखिरी दीदार किया हो ही नहीं सका, इस काबिल छोड़ा ही नहीं उन्होंने, इस काबिल रहने दिया ही नहीं उन्होंने भाई। क्या हम उसको देख ही पाते, इस काबिल नहीं छोड़ा उन्होंने। इतनी बेदर्दी के साथ इतनी बेदर्दी क्या, उसकी गर्दन तोड़ दी उन्होंने, उसको बांध के मारा, उसकी बाजू तोड़ दी। मेरे साथ इस टाइम मिनोरिटी से ताल्लुक़ रखने वाली दो ख़वातीन मौजूद हैं, एक बहन है और दूसरी बेवा है। बेवा मैं इसलिए कह रहा हूँ कि इसका शोहर जो है वो घर की मजदूरी करने के लिए ड्राइविंग का काम करता था एक रेंट कार पर। गाड़ी बुक की जाती है कुछ ख़वातीन की जानिब से और उसको सिंध लेकर जाया जाता है। सिंध ले जाकर बेदर्दी के साथ उसको मार दिया जाता है और मार कर अपने ही घर के सहन में उसका गला खोद कर दफना दिया जाता है। बीवी जो आहो बुकार करती है यहाँ के 2 माह हो गए हैं, मेरा शोहर अभी तक मुझे नहीं मिल पा रहा, इंसाफ नहीं मिल पा रहा। खुली कचहरी में जाती है तो जनाब DIG जो है हमारे फैसल कामरान साहब बड़ी इंसाफ की जो है वो इनसे बात करते हैं कि आपको इंसाफ फराहम किया जाएगा। बिलाखिर जब इसको मिलती है तो अपने शोहर की ऐसी जिसको देखा भी नहीं जा सकता। क्या सूरत हाल है, इनसे बात करते हैं। अस्सलाम वालेकुम मेरी बहन, अल्लाह ताला सबसे पहले तो आपको सब्र दे, क्योंकि ये बड़ा मुश्किल काम है। ये कहा ज़रूर जाता है कि सब्र दे, लेकिन सब्र नहीं आता। क्या वाक़या था? मैं सुनिया मैं क्या बड़ा दुख होया। मेरी बहन, कब आपका उनसे रब्ता हुआ? उन्होंने बताया था वो कहाँ जा रहे हैं? भाई 9 फरवरी ਨੂੰ ਗਏ ਸੀ ਇੱਥੋਂ ਘਰੋਂ ਨਾ। 9 मई को 9 फरवरी ਨੂੰ ਗਏ ਸੀ ਘਰੋਂ क्या बता के गए थे? ਕਿ ਮੈਨੂੰ ਮਾਲਕ ਨੇ ਬੁਲਾਇਆ ਹੈ ਤੇ ਮੈਂ ਸਵਾਰੀ ਹੈ ਤੇ ਮੈਂ ਜਾ ਰਿਹਾ ਵਾਂ। ਮੈਂ ਕਿਹਾ ਠੀਕ ਹੋ ਗਿਆ। ਦੂਜੇ ਦਿਨ ਮੈਨੂੰ ਫੋਨ ਕਰਕੇ ਕਿਹਾ, ਮੈਨੂੰ ਪਤਾ ਚੱਲਦਾ ਹੈ ਕਿ ਉਹ ਸਿੰਧ ਗਿਆ ਵੇ। ਉਹਨੂੰ ਤੁਹਾਨੂੰ ਦੱਸਿਆ ਨਹੀਂ ਮੈਂ ਸਿੰਧ ਜਾ ਰਿਹਾ? ਘਰੋਂ ਜਾਣ ਲੱਗਿਆ ਨਹੀਂ ਦੱਸਿਆ, ਉੱਥੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਉਹ ਸਿੰਧ। ਫਿਆਜ਼ ਨੂੰ ਤੁਹਾਨੂੰ ਕੀ ਲੱਗਦਾ ਪਤਾ ਸੀ ਕਿ ਮੈਂ ਸਿੰਧ ਜਾ ਰਿਹਾ? ਪਤਾ ਨਹੀਂ ਭਾਈ, ਲੇਕਿਨ ਉੱਥੇ ਜਾ ਕੇ ਇਹਨਾਂ ਨੇ ਮੈਨੂੰ ਦੱਸਿਆ, ਮੇਰੇ ਮੀਆਂ ਨੇ, ਕਿ ਮੈਂ ਸਿੰਧ ਆਇਆ ਵਾਂ। ਉਸ ਤੋਂ ਬਾਅਦ ਕੀ ਹੋਇਆ ਜਦੋਂ ਸਿੰਧ ਪਹੁੰਚ ਗਏ ਨੇ? 2 ਦਿਨ ਮੇਰੇ ਮੀਆਂ ਨਾਲ ਮੇਰੀ ਗੱਲ ਹੁੰਦੀ ਰਹੀ ਹੈ, ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ। ਜੁਮੇਰਾਤ ਨੂੰ ਆਇਆ ਮਾਲਕ ਦਾ ਫੋਨ ਮੈਨੂੰ। ਮਾਲਕ ਕਹਿੰਦਾ ਬਾਜੀ ਫਿਆਜ਼ ਨਾਲ ਤੁਹਾਡੀ ਗੱਲ ਹੋ ਰਹੀ ਹੈ। ਮੈਂ ਕਿਹਾ ਨਹੀਂ ਭਾਈ, ਮੈਂ ਸਵੇਰ ਫੋਨ ਕਰ ਰਹੀ ਸੀ, ਉਹਦਾ ਨੰਬਰ ਬੰਦ ਜਾ ਰਿਹਾ, ਮੇਰੀ ਗੱਲ ਨਹੀਂ ਹੋਈ। ਮੈਨੂੰ ਕਹਿੰਦੇ ਇਹ ਨਾ ਉਹਦਾ ਨੰਬਰ ਬੰਦ ਜਾ ਰਿਹਾ, ਮੈਨੇ ਅੱਜ ਨਿਕਲਣਾ ਸੀ। ਮੈਂ ਕਿਹਾ ਅੱਛਾ ਭਾਈ। ਉਹ ਗੱਲ ਟਾਈਮ ਹੋ ਗਿਆ, ਮੈਂ ਇੱਧਰ ਉੱਧਰ ਕੰਮਾਂ 'ਚ, ਮੈਂ ਬੱਚਿਆਂ ਦੇ ਨਾਲ ਸੋ ਗਈ। ਸਵੇਰ ਉੱਠੀ ਤੇ ਸਾਰੀ ਰਾਤ ਮੈਨੂੰ ਫੋਨ ਕਰਦਾ ਰਿਹਾ। ਸਵੇਰ ਉੱਠ ਕੇ ਮੈਂ 6 ਵਜੇ ਫੋਨ ਕੀਤਾ ਤੇ ਮੈਨੂੰ ਕਹਿੰਦਾ ਹੈ ਕਿ ਨਾ ਅਸੀਂ ਇੱਥੋਂ ਜਾ ਰਹੇ ਹਾਂ ਕਰਵਾ ਕੇ FIR ਕਰਾ ਕੇ ਅਸੀਂ ਸਿੰਧ ਜਾ ਰਹੇ ਹਾਂ। ਗੱਡੀ ਟਰੈਕ 'ਚ ਨਹੀਂ ਆ ਰਹੀ, ਨਾ ਗੱਡੀ ਟਰੈਕ 'ਚ ਆ ਰਹੀ, ਨਾ ਫਿਆਜ਼ ਦਾ ਨੰਬਰ ਔਨ ਹੋ ਰਿਹਾ। ਮਾਲਕ ਕਹਿ ਰਿਹਾ? ਨਾਸਰ ਕਹਿ ਰਿਹਾ। ਮਾਲਕ ਜਿਹੜਾ ਗੱਡੀ ਦਾ? ਹਾਂਜੀ। ਇੱਥੋਂ ਸਾਡੇ ਮਹੱਲੇ ਦਾ ਮੁੰਡਾ ਹੈਗਾ ਸਾਜਦ ਨਾਂ ਦਾ, ਉਹਨੂੰ ਲੈ ਗਿਆ। ਮੇਰੇ ਭਰਾ ਨੂੰ ਨਹੀਂ ਲੈ ਕੇ ਗਿਆ ਇੱਥੋਂ, ਲੇਕਿਨ ਸਾਜਦ ਨੂੰ ਲੈ ਕੇ ਗਿਆ ਨਾਲ। ਇੱਥੋਂ ਲੈ ਜਾਂਦਾ। ਉਸ ਤੋਂ ਬਾਅਦ 10:30 ਵਜੇ ਫਿਰ ਫੋਨ ਕਰਦਾ ਮੈਨੂੰ, ਕਹਿੰਦਾ ਮੇਰੀ ਗੱਡੀ ਟਰੈਕ 'ਚ ਆ ਗਈ ਹੈ, ਮੇਰੇ ਨੇਵੀ ਦੇ ਬੰਦੇ ਪਹੁੰਚ ਗਏ ਨੇ ਗੱਡੀ ਦੇ ਕੋਲ, ਲੇਕਿਨ ਫਿਆਜ਼ ਦਾ ਨੰਬਰ ਬੰਦ ਹੈ। ਮੈਂ ਆਰਮੀ ਦਾ ਬੰਦਾ ਭੇਜਿਆ ਅੱਗੇ ਅਤੇ ਉਹ ਕਹਿੰਦੇ ਪਏ ਨੇ ਕਿ ਇਹ ਉਹ ਨਸ਼ਾ ਕਰਕੇ ਤੇ ਸੁੱਤਾ ਹੋਵੇ। ਮੈਂ ਕਿਹਾ ਮੇਰਾ ਬੰਦਾ ਨਸ਼ਾ ਨਹੀਂ ਕਰਦਾ ਭਾਈ, ਤੁਸੀਂ ਕਹਿੰਦੀ ਗੱਲ ਕਰਦੇ ਪਿਓ। ਕਹਿੰਦਾ ਨਹੀਂ ਬਾਜੀ ਕੋਈ ਨਹੀਂ, ਅੱਲਾ ਖੈਰ ਕਰੇਗਾ, ਮੈਂ ਤੁਹਾਡੇ ਨਾਲ ਦੁਬਾਰਾ ਰਾਬਤਾ ਕਰਨਾ ਉੱਥੇ ਜਾ ਕੇ। ਰਾਤ ਨੂੰ ਜਾਂਦਾ ਉੱਥੇ ਤੇ ਮੈਨੂੰ ਜਾ ਕੇ ਕਹਿੰਦਾ ਸਵਾਰੀਆਂ ਕਹਿੰਦੀਆਂ ਪਈਆਂ ਨੇ ਕਿ ਇਹ ਉਹ ਤੇ 60,000 ਰੁਪਏ ਲੈ ਕੇ ਚਲਾ ਗਿਆ। ਮੈਂ ਕਿਹਾ ਭਾਈ ਇੰਝ ਨਹੀਂ ਹੋ ਸਕਦਾ, ਮੇਰਾ ਬੰਦਾ, ਮੈਨੂੰ ਪਤਾ ਜਾਇਜ਼ ਕੈਸ਼ ਮੇਰੇ ਨੰਬਰ 'ਤੇ ਬਣਿਆ। ਮੈਂ ਕਿਹਾ ਉਹ ਨਹੀਂ ਇੰਝ ਕਰਦਾ। ਮੈਨੂੰ ਕਹਿੰਦਾ ਨਹੀਂ, ਉਹਨੇ 60,000 ਰੁਪਇਆ ਲਿਆ ਵੇ ਤੇ ਚਲੇ ਗਿਆ। ਫਿਰ ਕਦੀ ਕੁਛ ਕਹਿ ਰਿਹਾ ਮੈਨੂੰ, ਕਦੀ ਕੁਛ ਕਹਿ ਰਿਹਾ। ਇੰਨੀਆਂ ਸਾਰੀਆਂ ਰਿਕਾਰਡਿੰਗਾਂ ਮੇਰੇ ਕੋਲ ਨੇ ਭਾਈ। ਜਿਹੜੀ ਇਹਨੇ ਮੈਨੂੰ ਫੋਨ ਦੇ ਉੱਤੇ ਫਿਲਮ ਸੁਣਾਈ ਹੈ ਨਾ, ਫਿਆਜ਼ ਨੇ, ਮਾਲਕ ਨਾਸਰ ਨੇ। ਫਿਆਜ਼ ਨਾਲ ਤੇ ਰਾਬਤਾ 2 ਦਿਨ ਹੋਇਆ ਭਾਈ, ਉਸ ਤੋਂ ਬਾਅਦ ਉਹਦੇ ਨਾਲ ਰਾਬਤਾ ਹੀ ਨਹੀਂ ਹੋਇਆ ਮੇਰਾ। ਮਾਲਕ ਜਿਹੜਾ ਹੈ ਨਾਸਰ ਆਪਣੀ ਗੱਡੀ ਲੈ ਕੇ ਵਾਪਸ ਆ ਜਾਂਦਾ? ਹਾਂਜੀ, ਗੱਡੀ ਲੈ ਕੇ। ਤੁਹਾਡੇ ਸ਼ੋਹਰ ਦਾ ਪਤਾ ਨਹੀਂ ਕਰਦਾ ਜਿਹੜਾ ਡਰਾਈਵਰ ਸੀ?
ਕਹਿੰਦਾ ਮੈਂ ਇੱਧਰ ਜਾ ਰਿਹਾ, ਮੈਂ ਉੱਧਰ ਜਾ ਰਿਹਾ, ਮੈਂ ਇੱਥੇ ਪਤਾ ਕਰ ਰਿਹਾ, ਮੈਂ ਹਸਪਤਾਲਾਂ 'ਚ ਵੇਖ ਰਿਹਾ, ਮੈਂ ਝਾੜੀਆਂ 'ਚ ਵੇਖ ਰਿਹਾ ਵਾਂ, ਮੈਂ ਕੁੱਤੇ ਬਲਵਾਨ ਲੱਗਾ ਵਾਂ, ਪਤਾ ਨਹੀਂ ਕੀ ਕੀ ਕਰਨ ਲੱਗਾ, ਬਸ ਸਟੋਰੀਆਂ ਹੀ ਸੁਣਾਉਂਦਾ ਰਿਹਾ ਮੈਨੂੰ। ਤੁਸੀਂ ਮੇਰੀ बहन ਤੁਸੀਂ ਫयाज ਦੀ सिस्टर हो, हाँ जी। आपने यहाँ कोई FIR दर्ज नहीं करवाई, कोई दरख्वास्त सर थाने में भाई कब करवाई थी आपने? ये ਜਦੋਂ ਉੱਥੇ ਹੀ ਹੈਗਾ ਸੀ ਨਾ ਤੇ ਅਸੀਂ ਕਿਹਾ ਸੀ ਕਿ ਮੈਂ ਕਹਿੰਦਾ FIR ਹੋਣੀ, ਮੈਂ ਕਿਹਾ ਭਾਈ ਅਸੀਂ ਕਰਾ ਦੇਣੇ, ਕਹਿੰਦਾ ਨਹੀਂ ਨਹੀਂ ਤੁਸੀਂ FIR ਨਹੀਂ ਕਰਾਣੀ, ਮੈਂ ਲਾਹੌਰ ਆਵਾਂਗਾ, ਮੈਂ FIR ਕਰਾਵਾਂਗਾ, ਤੁਸੀਂ ਜਾਓਗੇ ਤੇ ਤੁਸੀਂ ਤੇ ਉਹ ਤੁਹਾਡੇ ਕੋਲ ਲੱਖਾਂ ਰੁਪਈਆ ਲੈ ਲੈਣਗੇ ਪੁਲਿਸ ਵਾਲੇ, ਮੈਂ ਮਦਈ ਬਣਾਂਗਾ। ਤੇ ਪੁਲਿਸ ਜਿਹੜੀ ਹੈ ਨਾ ਪਾਕਿਸਤਾਨ ਲਾਹੌਰ ਦੀ ਆਪਾਂ ਨੂੰ ਸਪੋਰਟ ਕਰੇਗੀ। ਇੱਥੋਂ ਮੈਂ ਜਾਵਾਂਗਾ ਲਾਹੌਰ ਦੀ ਪੁਲਿਸ ਲੈ ਕੇ ਉਹਨੂੰ ਲੱਭ ਲਾਂਗੇ ਜਾ ਕੇ। ਇੱਥੇ ਵਡੇਰਿਆਂ ਦੀ ਗੱਲ ਚੱਲਦੀ 10 ਦਿਨ ਇਹਨੇ ਭਾਈ ਪਰਚਾ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਮੈਂ ਖੁੱਲੀ ਕਚਹਿਰੀ ਗਈ, ਉੱਥੇ ਮੇਰੀ ਸੁਣਵਾਈ ਹੋਈ। फैसल कामरान साहब को ਉਹਨਾਂ ਨੇ ਮੇਰੀ क्या ਤੁਸੀਂ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਮੈਂ ਜਾ ਕੇ ਉਹਨਾਂ ਦੇ ਅੱਗੇ ਉਹ ਜਿਹੜੀ ਹੁੰਦੀ ਆ ਇੱਕ ਪੇਪਰ ਦੇ ਉੱਤੇ ਲਿਖਿਆ ਸਾਰਾ ਕੁਝ ਜੋ ਉਹਨਾਂ ਦੇ ਅੱਗੇ ਦਿੱਤਾ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੇਰੀ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਉਸੇ ਟਾਈਮ ਸੁਣਿਆ, ਉਹਨਾਂ ਨੇ ਕਹਿ ਦਿੱਤਾ ਕਿ ਇਹਦਾ ਪਰਚਾ ਕਰੋ ਮਾਲਕ ਦੇ ਖਿਲਾਫ। ਉਹ ਆਪਣੀ ਗੱਡੀ ਲੈ ਆਇਆ ਤੇ ਬੰਦਾ ਕਿੱਥੇ ਹੈਗਾ। ਗੱਲ ਆਈ ਹੈ ਭਾਈ ਆਪਣੀ ਗੱਡੀ ਲਿਆ ਸਕਦਾ ਸੀ, ਮੇਰਾ ਬੰਦਾ ਨਹੀਂ। मालिक ਦੀ FIR ਹੋਈ ਫਿਰ? ਹਾਂਜੀ ਹੋ ਗਈ। ਫਿਰ ਆ ਗਏ ਨਸ਼ਤਰ ਥਾਣੇ ਵਾਲੇ। ਨਸ਼ਤਰ ਥਾਣੇ ਵਾਲੇ ਆਏ, ਮੁਰਤਜ਼ਾ ਇਨਵੈਸਟੀਗੇਸ਼ਨ ਇੰਚਾਰਜ ਔਰ ਨਈਮ ਸਬ ਇੰਸਪੈਕਟਰ, ਇਹ ਦੋਵੇਂ ਉਹਦੇ ਨਾਲ ਮਿਲੇ ਸੀ। ਮੁਰਤਜ਼ਾ ਨੇ ਮੈਨੂੰ ਕਿਹਾ, ਮੈਂ ਉਹਨਾਂ ਨੂੰ ਕਹਿੰਦੀ ਸੀ ਸਿਰਫ ਇੱਕ ਹੀ ਗੱਲ, ਭਾਈ ਛੇਤੀ ਕਰੋ ਮੇਰਾ ਬੰਦਾ ਲੱਭ ਦਿਓ, ਟਾਈਮ ਬਹੁਤ ਹੋਣ ਡਿਆ ਆਵੇ। ਦਿਲ ਨੂੰ ਘਬਰਾ ਨਹੀਂ ਸੀ ਪੈਂਦੀ ਕਿ ਮੇਰਾ ਬੰਦਾ ਕਿੱਥੇ? ਭਾਈ ਹੁੰਦਾ ਸੀ, ਬਹੁਤ ਕੁਝ ਹੁੰਦਾ ਸੀ, ਬੜੇ ਖਿਆਲ ਵੀ ਆਉਂਦੇ ਸੀ, ਦਿਲ ਬੰਦ ਵੀ ਹੁੰਦਾ ਸੀ, ਬਹੁਤ ਕੁਝ ਹੁੰਦਾ ਸੀ। ਮੈਂ ਉਹਨਾਂ ਨੂੰ ਅੱਗੇ ਜਾ ਕੇ ਹੱਥ ਜੋੜਦੀ ਸੀ, ਤੁਹਾਡੀ ਮਿਹਰਬਾਨੀ ਮੇਰਾ ਬੰਦਾ ਲੱਭ ਦਿਓ। ਉਹ ਮੈਨੂੰ ਕਹਿਣ ਲੱਗਾ ਇਹ ਬਹੁਤਾ ਰੋਲਾ ਪਾਏਂਗੀ ਨਾ ਤੇ ਅਸੀਂ ਤੇਰਾ ਇੱਥੋਂ ਪਰਚਾ ਕਾਰਜ ਕਰ ਦਾਂਗੇ। ਮੁੜ ਕੇ ਇੰਚਾਰਜ ਨੇ ਆਖਿਆ ਕਿਦੋਂ ਪਤਾ ਲੱਗਦਾ ਹੈ ਤੁਹਾਨੂੰ ਕਿ ਤੁਹਾਡਾ ਜਿਹੜਾ ਬੰਦਾ ਹੈ ਉਹ ਇਸ ਦੁਨੀਆ ਤੇ ਨਹੀਂ ਰਿਹਾ? ਹਾਏ ਭਾਈ ਇਹਨਾਂ ਨੇ ਅਸੀਂ ਜੁਮੇ ਰਾਤ ਨੂੰ ਹੋਏ ਸੀ CCPO ਦੇ ਦਫ਼ਤਰ ਗਏ ਸਾਂ ਅਸੀਂ। ਜੁਮੇ ਰਾਤ ਨੂੰ ਉੱਥੇ ਗਏ ਆ, ਜੁਮੇ ਦਾ ਵਿੱਚ ਦਿਨ ਪਿਆ ਸਿਰਫ, ਠੀਕ ਹੈ। ਜੁਮੇ ਦਾ ਦਿਨ ਪਿਆ ਤੇ ਹਫਤੇ ਵਾਲੇ ਦਿਨ ਜਿਹੜਾ ਨਈਮ ਹੈ ਤੇ ਨਾਸਰ, ਇਹ ਸਾਰੇ ਉੱਥੇ ਨਸ਼ਤਰ ਥਾਣੇ ਦੇ ਵਿੱਚ ਹੈਗੇ ਸੀ। ਉੱਥੇ ਜਾ ਕੇ ਕਹਿੰਦੇ ਪਏ ਨੇ ਕਿ ਜੀ ਸਿੰਧ ਦੇ ਵਿੱਚ ਹੈਗੇ ਸੀ। ਮੈਨੂੰ ਫੋਨ ਕਰਕੇ ਕਹਿੰਦੇ ਨੇ ਇਹ ਤੁਸੀਂ ਨਾ ਇੱਥੇ ਸਿੰਧ ਪਹੁੰਚੋ, ਸਾਨੂੰ 10 ਦਿਨ ਹੋ ਗਏ ਨੇ ਇੱਥੇ ਜ਼ਲੀਲ ਹੁੰਦਿਆਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ 10 ਦਿਨ ਕਿਹੜੇ, ਪਰਸੋਂ ਤੇ ਮੈਂ ਤੁਹਾਨੂੰ ਮਿਲੀ ਆ। ਫਿਰ ਕਹਿੰਦਾ 4 ਦਿਨ ਹੋ ਗਏ ਨੇ। ਮੈਂ ਕਿਹਾ ਭਾਈ ਪਰਸੋਂ ਮੈਂ ਤੁਹਾਨੂੰ ਮਿਲੀ ਆ। ਇਹ ਸਾਰੇ ਮੈਨੂੰ CCPO ਦੇ ਦਫ਼ਤਰ ਸਾਰੇ ਪੁਲਿਸ ਵਾਲੇ ਮਿਲੇ ਸੀ ਉਸ ਦਿਨ ਭਾਈ ਮੈਨੂੰ ਹੈ, ਠੀਕ ਹੈ। ਉਸ ਤੋਂ ਬਾਅਦ ਮੈਨੂੰ ਕਹਿੰਦਾ ਹੈ, ਮੈਂ ਕਿਹਾ ਮੈਨੂੰ ਵਿਖਾਓ ਭਾਈ ਮੇਰਾ ਬੰਦਾ ਵਿਖਾਓ। ਕਹਿੰਦੇ ਬੰਦਾ ਤੁਹਾਡਾ ਨਹੀਂ ਹੈ, ਉਹ ਤੇ ਜ਼ਮੀਨ ਦੇ ਅੰਦਰ ਦਫਨਿਆ ਆ। ਕੌਣ ਕਹਿ ਰਿਹਾ ਤੁਹਾਨੂੰ? ਨਹੀਂ, ਉਹਦੀ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਹੈ ਮੇਰੇ ਫੋਨ ਦੇ ਵਿੱਚ। ਤੁਹਾਨੂੰ ਪਤਾ ਨਹੀਂ ਲੱਗਾ ਤੁਹਾਡੇ ਬੰਦੇ ਨੂੰ ਕਿੰਨੇ ਮਾਰ ਕੇ ਜ਼ਮੀਨ 'ਚ ਦਫਨ ਕੀਤਾ? ਨਾਸਰ ਨੇ ਕੀਤਾ भाई। नासिर ही शुरू तो झूठ बोलता आ रहा, उनकी सारियां रिकॉर्ड। बहन मुझे बताएं कि सवारियां जो साथ गई थी उनका कोई पता नहीं चला, वो कौन है और आपके भाई के कत्ल कौन है? नहीं, हमें नहीं पता चल सका अभी सवारियां भी इन्होंने तक। फड़ियां इनकी खुद की ही हैं सवारियाँ भी, सारी प्लानिंग इन्होंने खुद ही भाई की है। भाई का आखिरी दीदार किया? हो ही नहीं सका, इस काबिल छोड़ा ही नहीं उन्होंने, इस काबिल रहने दिया ही नहीं उन्होंने भाई। क्या हम उसको देख ही पाते, इस काबिल नहीं छोड़ा उन्होंने। इतनी बेदर्दी के साथ में? इतनी बेदर्दी क्या, उसकी गर्दन तोड़ दी उन्होंने, उसको बांध के मारा, उसकी बाजू तोड़ दी। अगर इस काबिल होते तो हमें ये दुख ना होता। भाई का कसूर क्या था? यही तो पूछते हैं हम कि क्यों उसको मारा। मेरे बर्थडे तक मारने वालों का भी नहीं पता कि किन्होंने मारा। गिरफ्तार हुए अभी तक? नासर ने मारे, कोई पता नहीं हमें भाई, अभी तक हमें कुछ पता नहीं चल रहा। जब 2 महीने वो आपको मिल नहीं पा रहा था तब क्या दिल क्या रहा था? तीसरा माह शुरू हो चुका है भाई, ये खत्म होने वाला है। आज इसकी क्या डेट होगी आपके सामने। मैं बहुत परेशान हुई। बड़ी जद्दोजहद की, जहाँ तक हमारा जोर लगता था हमने लगा लिया, लेकिन हमारे भाई को पता नहीं चल सका कि वो कहाँ है, किधर है, क्या हो रहा है, क्या नहीं हो रहा उनके साथ। फियाज के 2 बच्चे थे, 2 बेटी हैं, कौन कफालत करेगा? कौन करेगी, यही तो हम सवाल रख रहे हैं। कौन करेगी ये हमें बताएं, आप ही चले हमें बता दें। के सर पे हाथ कौन रखेगा? मेरे सर पे किसने हाथ रखना, हम तो पहले यतीम हैं, माँ बाप हमारा नहीं सर पे।
भाई की कोई बात जो आखिरी टाइम आपको करके गया हो? मेरे साथ उनकी काफ़ी देर होगी बात हुई है। मैं भी मैरिड हूँ, मैं खुद बेवा हूँ, 2 मेरी हैं खुद की बेटियाँ हैं। मैं इनका खर्चा चलाऊँ, जो खुद कमा के सारा दिन मेहनत मजदूरी करके अपने बच्चों का खर्चा कर रही, मैं इनको क्या दूँगी? या दूसरे लोग क्या इसको दे जाएंगे? जितनी महंगाई, अपने घर का चूल्हा जल जाए बड़ी बात है आजकल के दौर में। गाड़ी का ड्राइवर है वो, जो गाड़ी का मालिक है वो भी गिरफ्तार नहीं है? नहीं हुआ होता तो हमें भी पता होता। इतनी बेदर्दी से कोई किसी को कत्ल करे या उसका कोई जुर्म ही हमें बता दे, क्या उसका जुर्म, क्या उसने जुर्म किया क्या है? हमें भी तो चले ना पता कि हमारे भाई ने ये जुर्म किया, इसकी सज़ा इसको मिली है। क्या अपील करना चाहेंगी मरियम नवाज से, डीआईजी पंजाब से? यही कहेंगे, हमारे हाथ बंधे हुए हैं और इंसाफ के मुंतजर हैं हम। इंसाफ चाहिए हमें इंसाफ चाहिए। मेरे बंदे ने